बंद करो, धक्काशाही बंद करो, बंद करो, बंद करो। डॉक्टर कौशल मुर्दाबाद, मुर्दाबाद, मुर्दाबाद। डॉक्टर कौशल मुर्दाबाद, मुर्दाबाद, मुर्दाबाद। 12:25 ਸਟੈਂਡ ਹੋਇਆ ਉਹਦਾ। ਅਸੀਂ ਪੌਣੇ 2 ਵਜੇ ਨਾਲ ਹਸਪੀਟਲ ਲਿਆਂਦਾ। ਇਹਨਾਂ ਨੇ ਕਿਹਾ ਕੋਈ ਗੱਲਬਾਤ ਨਹੀਂ ਹੈ, ਮਤਲਬ ਰਿਸਪੌਂਸ ਨਹੀਂ ਹੈ, ਮੈਂ ਕੋਈ ਗੱਲ ਨਹੀਂ ਜੀ। ਉਸ ਤੋਂ ਬਾਅਦ ਸਾਡਾ ਬੰਦਾ ਰਿਕਵਰ ਹੋ ਗਿਆ ਪੂਰਾ। 26 ਤਰੀਕ ਤੱਕ ਚੰਗਾ ਰਿਹਾ, ਉਹਨੇ ਸਾਰਾ ਕੁਝ ਖਾਧਾ। ਇਹਨਾਂ ਦਾ ਸਟਾਫ ਰਾਤ ਨੂੰ ਕੁੰਡੀ ਲਾ ਕੇ ਸੋ ਗਿਆ। ਉਹਦੀ ਜਿਹੜੀ ਗਲੇ ਵਾਲੀ ਆਕਸੀਜਨ ਪਾਈਪ ਸੀ ਉਹ ਬਲੌਕ ਹੋ ਗਈ। ਉਹ ਬਲੌਕ ਹੋਣ ਤੋਂ ਬਾਅਦ ਸਵੇਰ ਮੁੰਡਾ ਜਿਹੜਾ ਇਹਨਾਂ ਦਾ ਕੰਮ ਕਰਾਉਣ ਵਾਲਾ ਰਮਨ, ਉਹਨੇ ਆ ਕੇ ਕੱਢਿਆ ਟਕੋਸਮੀ ਸਾਰੀ। ਉਹ ਤੋਂ ਬਾਅਦ ਇਹਦੀ ਇਨਫੈਕਸ਼ਨ ਵੱਧਦੀ ਗਈ, ਸਾਰਾ ਕੁਝ ਹੋ ਗਿਆ। ਉਹਨਾਂ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਜੀ। ਸਾਨੂੰ ਕੋਈ ਰਾਹ ਨਹੀਂ ਪਾਇਆ। 2 ਦਿਨ ਕਰਕੇ ਸਾਨੂੰ ਹਫ਼ਤਾ ਟਪਾਤਾ ਇਹਨਾਂ ਨੇ ਅੱਜ। ਉਹ ਧੱਕੇ ਨਾਲ ਅੱਜ ਅਸੀਂ ਪੀਏ ਲੈ ਕੇ ਆ ਰਹੇ ਸੀ। ਉੱਪਰੋਂ ਜਿਵੇਂ 1 ਮਿੰਟ 'ਚ ਥੱਲੇ ਆਇਆ, ਨਾਲ ਦੇ ਕਹਿੰਦੇ ਡੱਡ ਹੈ। ਤੇ ਕੱਲ ਅਸੀਂ ਆਪ ਦਾ ਡਾਕਟਰ ਲੈ ਕੇ ਆਏ ਸੀ। ਅਸੀਂ ਕਿਹਾ ਸਾਡਾ ਪੇਸ਼ੈਂਟ ਚੈੱਕ ਕਰਾ ਦਿਓ। ਪਹਿਲਾਂ ਇਹਨਾਂ ਚੈੱਕ ਨਹੀਂ ਕਰਾਇਆ, ਫਿਰ ਜਦੋਂ ਲੈ ਕੇ ਗਏ ਫਿਰ ਇਹਨਾਂ ਨੇ ਅੱਖਾਂ ਤੇ ਪੱਟੀ ਲਾਤੀ। ਸਾਡੇ ਡਾਕਟਰ ਦਾ ਬਿਆਨ ਦਿੱਤਾ, ਇਹਨਾਂ ਨੇ ਅੱਖਾਂ ਤੇ ਪੱਟੀ ਲਾਤੀ। ਡਾਕਟਰ ਕਹਿ ਰਿਹਾ ਵੀ ਅੱਖਾਂ ਦੇ ਇਹਨਾਂ ਨੇ ਚੈੱਕ ਕੀਤਾ। ਤੇ ਹੁਣ ਜਦੋਂ ਅਸੀਂ ਵੈਂਟੀਲੇਟਰ ਤੋਂ ਥੱਲੇ ਲਵਾਇਆ ਲਿਜਾਣ ਵਾਸਤੇ, ਜਦੋਂ ਅੱਖਾਂ ਦੇ ਪੱਟੀ ਡੈਥ ਹੋ ਚੁੱਕੀ ਹੈ। ਅੱਖਾਂ ਦੇ ਪੱਟੀ ਲਾਤੀ। ਸਾਡੇ ਡਾਕਟਰ ਨੂੰ ਅੱਖਾਂ ਚੈੱਕ ਨਹੀਂ ਕਰਨ ਦਿੱਤੀਆਂ ਇਹਨਾਂ ਨੇ। ਤੇ ਹੁਣ ਤੁਹਾਡੀ ਮੰਗ ਕੀ ਹੈ ਜੀ? ਮੰਗ ਕੀ ਹੈ? ਕਾਰਵਾਈ ਹੋਣੀ ਚਾਹੀਦੀ ਹੈ। ਡਾਕਟਰ ਤੇ ਕਰਵਾਏ ਤੇ ਸਾਨੂੰ ਐ ਨਹੀਂ ਪਤਾ ਕਿ ਸਾਡਾ ਪੇਸ਼ੈਂਟ ਕੱਲ ਹੋ ਸਕਦਾ ਕੱਲ ਜਾਂ ਪਰਸੋਂ ਪਹਿਲਾਂ ਡੈਡ ਸੀਗਾ। ਅਸੀਂ ਪੋਸਟਮਾਰਟਮ ਕਰਾਉਣਾ ਚਾਹੁੰਦੇ ਹਾਂ, ਲੇਕਿਨ ਲੋਕਲ ਬਠਿੰਡੇ ਨਹੀਂ। ਸਾਨੂੰ ਪੀਜੀਆਈ ਰੈਫਰ ਕੀਤਾ। ਅਸੀਂ ਖਰਚਾ ਲਾਂਗੇ, ਉੱਥੇ ਦਾ ਪੋਸਟਮਾਰਟਮ ਕਰਾਵਾਂਗੇ। ਅਸੀਂ ਲੋਕਲ ਨਹੀਂ ਕਰਾਉਂਦੇ ਕਿਤੇ। ਡਾਕਟਰਾਂ ਨਾਲ ਗੱਲ ਹੋਈ ਹੈ ਜੀ ਤੁਹਾਡੀ? ਉਹ ਕਹਿੰਦੇ ਸਿਵਲ ਭੇਜਾਂਗੇ, ਅਸੀਂ ਸਿਵਲ ਲੈ ਕੇ ਨਹੀਂ ਆਣਾ। ਵੀ 2-3 ਦਿਨ ਪੁਲਿਸ ਆਈ ਹੈ ਜੀ? ਪੁਲਿਸ ਆਈ ਹੈ ਜੀ। ਕੀ ਕਹਿੰਦੇ ਨੇ? ਉਹ ਕਹਿੰਦੇ ਅਸੀਂ ਸਿਵਲ ਲੈ ਕੇ ਜਾਓ। ਮੈਂ ਕਿਹਾ ਸਿਵਲ ਅਸੀਂ ਲੈ ਕੇ ਨਹੀਂ ਆਣਾ ਜੀ। ਅਸੀਂ ਹੋਰ ਅਸੀਂ ਸਿਵਲ 'ਚ ਨਹੀਂ ਕਰਾਉਣਾ ਹੈ। ਅਸੀਂ ਸਿਵਲ 'ਚ ਸਾਨੂੰ ਸ਼ੱਕ ਹੈ ਵੀ ਇਹਨਾਂ ਦਾ ਸਟਿੰਗ ਹੋਣੀ ਹੈ। ਅੱਜ ਸਿਵਲ 'ਚ ਨਹੀਂ, ਅਸੀਂ ਬਾਹਰੋਂ ਕਰਾਉਣਾ ਚਾਹੁੰਦੇ ਹਾਂ ਪੋਸਟਮਾਰਟਮ। ਮੈਂ ਜੀ ਤੁਹਾਨੂੰ ਇੱਕ ਗੱਲ ਕਹਿਣਾ ਚਾਹਨਾ, ਜਿਹੜੇ ਮਰੀਜ਼ ਦੇ ਵਾਰਿਸ ਆ ਇਹਨਾਂ ਨੂੰ ਸ਼ੱਕ ਹੈਗਾ, ਇਹ ਬਾਹਰ ਹੀ ਕਰਾਉਣਗੇ। ਇਹਨਾਂ ਦੀ ਤਸੱਲੀ ਤਾਂ ਹੋਊਗੀ ਜੇ ਬਾਹਰ ਕਿੱਥੇ ਜਾ ਕੇ ਇਹ ਉਹ ਕਰਾਉਣ ਪੋਸਟਮਾਰਟਮ। ਠੀਕ ਹੈ ਜੀ। ਇਸ ਕਰਕੇ ਇਹਨਾਂ ਨੂੰ, ਪ੍ਰਸ਼ਾਸਨ ਨੂੰ ਤੇ ਨਾਲ ਡਾਕਟਰਾਂ ਨੂੰ ਇਹ ਕਿਹਾ ਜਾਂਦਾ ਹੈਗਾ ਵੀ ਮਰੀਜ਼ ਨਾਲ ਸਹੀ ਰੁਤਬੇ ਨਾਲ ਢੰਗ ਨਾਲ ਪੇਸ਼ ਆ ਕੇ ਉਹਨਾਂ ਨੂੰ ਠੀਕ ਕਰਨ, ਬਲਕਿ ਨਾ ਕਿ ਪੈਸਾ ਲਈ ਜਾਣ। ਤੇ ਜਦੋਂ ਡੈਥ ਹੀ ਹੋ ਗਈ ਉਹਦੀ, ਤਾਂ ਫਿਰ ਕਾਹਦੇ ਪੈਸੇ ਲਈ ਜਾਂਦੇ ਇਹ? ਕਿਸ ਚੀਜ਼ ਦੇ ਪੈਸੇ ਲਈ ਜਾਂਦੇ ਇਹ? ਉਨੀ ਦੇਰ ਇੱਥੇ ਰਹਾਂਗੇ। ਕੱਲ ਇਹਨਾਂ ਨੇ ਪੇਸ਼ੈਂਟ ਸਾਨੂੰ ਚੈੱਕ ਕਰਾਤਾ ਹੁੰਦਾ ਨਾ, ਕੱਲ ਵਜ੍ਹਾ ਤੱਕ ਜਦੋਂ ਇਹਨਾਂ ਨੇ ਸਾਰਾ ਦਿਨ ਸਾਰੀ ਰਾਤ ਅੱਖਾਂ ਖੁੱਲੀਆਂ ਰੱਖੀਆਂ। ਪਰਸੋਂ ਤਾਂ ਪੁੱਛੀ ਜਾਂਦੀ ਅਸੀਂ, ਸਾਡਾ ਪੇਸ਼ੈਂਟ ਜਿਉਂਦਾ ਹੈ, ਸਾਡਾ ਪੇਸ਼ੈਂਟ ਜਿਉਂਦਾ ਹੈ। ਕਹਿੰਦੇ ਹਾਂ ਜਿਉਂਦਾ ਹੈ। ਜਦੋਂ ਕੱਲ ਅਸੀਂ ਆਪ ਦਾ ਡਾਕਟਰ ਲੈ ਕੇ ਆਏ, ਇਹਨਾਂ ਨੇ ਨਾਲ ਦੇ ਅੱਖਾਂ 'ਚ ਪੱਟੀ ਲਾਤੀ ਤਾਂ ਕਿ ਅੱਖ ਨਾਲ ਚੈੱਕ ਕਰੇ ਬੰਦਾ। ਤੇ ਉਹ ਡਾਕਟਰ ਦਾ ਰੀਡੀਆਂ ਸਟੇਟਮੈਂਟ ਲੈਣਾ ਚਾਹੋ ਲੈ ਸਕਦੇ ਹੋ। ਡਾਕਟਰ ਹੈਗਾ, ਡਾਕਟਰ ਕਿੱਥੇ ਗਿਆ? देखिए, जो मरीज़ सीरियस था, इसका एक्सीडेंट हुआ था, इसका ऑपरेशन कर दिया गया, ठीक था। इसको कॉम्प्लिकेशन आई चेस्ट की, उसके करके ये पेशेंट को हमने क्या कहते हैं वेंटिलेटर पे लिया था, क्योंकि इसकी छाती में निमोनिया था जी। तो उसके करके हमने रखा। इनके परिजनों को हमने बता भी दिया था कि ये सीरियस है। परसों मैंने 1 तारीख को इनका जो भाई है, मैंने उसको भी बोला था अगर आप इनको लेके जाना चाहें तो ले जाएंगे, सीरियस है। और उसके बाद क्या कहते हैं, उन्होंने कहा हमें अभी नहीं लेके जाना। तो ये है सर, कहीं ना कहीं बताया जा रहा है कि डॉक्टर की आपके स्टाफ की लापरवाही से हुआ कि उसकी नाली साफ नहीं हुई थी जो गले में डली हुई थी। उस नाली की सफाई उसके कारण से उसको इन्फेक्शन फैली और उसके बाद उसकी बॉडी ने रिकवर नहीं किया। ऐसा कुछ ये नहीं बताया जा रहा है। ऐसा कुछ नहीं है। हाँ। अगर नाली साफ नहीं करते तो उससे इतना बड़ा निमोनिया एकदम नहीं होता। माइट भी जिस दिन इसके चोट लगी थी, उस दिन इसकी छाती में हल्की फुल्की चोट हो, जो खून के छोटे छोटे थक्के होते हैं, वो आगे जाके निमोनिया बना सकते हैं। क्योंकि जब आदमी की चोट लग जाती है तो उसकी अपनी इम्यूनिटी कम होती है। क्या लगता है कब डेड हुआ वो? आज सुबह जी। आज सुबह? हाँ जी। वो भाई कह रहे हैं कि करीब उसकी 2 दिन पहले से उसकी डेड हो गई है। आंखें की पुतलियां एकदम काली हो पड़ी हैं उसकी, और आपने दूसरा डॉक्टर आया उसको चेकअप नहीं करने दिया। क्या देखिए, आप मुझे ये नहीं पता वो डॉक्टर कौन था। अगर वो क्वालिफाइड MBBS डॉक्टर है तो हाँ, अगर वो देखना चाहता मैं इससे बात करता। वो ऐसा कोई डॉक्टर था नहीं, मुझे जो पता है जी। ठीक है जी। उन्होंने दोबारा बुलाया भी नहीं उसको। और दूसरी चीज़, अगर आपको लगता है रात को भी वो आया है सर, रात को अगर वो आए थे, अगर वो क्वालिफाइड डॉक्टर थे तो मुझे बताते, मैं दिखाता, मैं क्यों मना करूँगा। और दूसरी चीज़, अगर आपको किसी को भी शंका है कि डेट ऑफ क्या गया, टाइम ऑफ डेथ, देखिए, तो उसके लिए आप पोस्टमार्टम हो जाएगा, उसमें आपको पता लग जाएगा। नहीं, पोस्टमार्टम ये चाहते हैं कि यहाँ नहीं कराना है, हमें कहीं और कराना है। उसके लिए आप एग्री हो कि कोई बात नहीं? बिल्कुल बिल्कुल। देखिए, वो इनके परिजनों का है, जैसे वो कराना चाहें वैसे करा सकते हैं, कोई ऐसी बात नहीं है। डॉक्टर साहब, परिजन तो ये भी कह रहे हैं ऑक्सीजन की मात्रा भी खत्म हो गई थी, ऑक्सीजन का जो सिलेंडर है वो भी खत्म नहीं, बिल्कुल गलत है। ये किसने बोला आपको? हमारे इतने
देखिए जब ये वेंटिलेटर पे चल रहा था ना जी, उसी लाइन पे 4 मरीज और वेंटिलेटर पे थे, तो उनकी तो ऑक्सीजन ख़त्म नहीं हुई, तो इनकी कैसे अकेले की हो सकती है? क्योंकि एक ही सिलेंडर से एक ही लाइन से सबको ऑक्सीजन जाती है। अगर ख़त्म होगी तो सबको ही 4 मरीज वेंटिलेटर पे, तो चारों का ही रुकना चाहिए ना, ऐसे नहीं ना हो सकता। ਆਵਾਜ਼ ਕਹਿ ਰਿਹਾ ਜੀ ਇੰਪਰੂਵ ਹੋ ਗਿਆ ਸੀ ਦੁਬਾਰਾ ਫਿਰ ਵੈਂਟੀਲੇਟਰ ਤੇ ਆਉਣ ਦਾ ਕੀ ਕਾਰਨ ਦੇਖੋ ਜੀ ਉਹਦੇ ਜਿਹੜੇ ਸੱਟ ਲੱਗੀ ਸੀ ਉਸ ਟਾਈਮ ਛਾਤੀ 'ਚ ਸੱਟ ਹੋ ਸਕਦੀ ਹੈ, ਜਿਹਦੇ ਕਰਕੇ ਇਹਨੂੰ ਨਿਮੋਨੀਆ ਹੋ ਸਕਦਾ ਹੈ, ਕਿਉਂਕਿ ਸੱਟ ਸੀਗੀ ਉਹਦੇ ਵਿੱਚ ਵੀ। ਤੇ ਇਸ ਕਰਕੇ ਜਦ ਸਾਡੇ ਕੋਲ ਆਇਆ, ਦੇਖੋ ਇਹਦਾ ਜਦ ਐਕਸੀਡੈਂਟ ਹੋਇਆ ਇਹਨੇ ਸ਼ਰਾਬ ਪੀਤੀ ਹੋਈ ਸੀ, ਤਦ ਗੱਡੀ ਚਲਾ ਰਿਹਾ ਸੀ, ਸਮੈਲ ਕਰ ਰਿਹਾ ਸੀ ਜੀ ਅਲਕੋਹਲ ਦੀ ਇਹ। ਉਸ ਤੋਂ ਬਾਅਦ ਜਦ ਇੱਦਾਂ ਹੁੰਦਾ ਤਾਂ ਬੰਦੇ ਨੂੰ ਉਲਟੀ ਆਉਂਦੀ, ਤਾਂ ਉਲਟੀ ਕਈ ਵਾਰ ਛਾਤੀ 'ਚ ਚਲੀ ਜਾਂਦੀ ਹੈ, ਜਿਸ ਨਾਲ ਨਿਮੋਨੀਆ ਹੋਣ ਦੇ ਪੂਰੇ ਚਾਂਸ ਹੁੰਦੇ ਆ ਜੀ। ਤੇ ਇਹਨਾਂ ਦੇ ਘਰਦਿਆਂ ਨੂੰ ਸਭ ਨੂੰ ਮੈਂ ਇਹਨਾਂ ਨੂੰ ਇਹ ਵੀ ਕਿਹਾ ਸੀ 3 ਦਿਨ ਪਹਿਲਾਂ ਕਿ ਤੁਹਾਨੂੰ ਜੇ ਕਿਤੇ ਲੱਗਦਾ ਟ੍ਰੀਟਮੈਂਟ ਕੋਈ ਅਣਗਹਿਲੀ ਹੈ ਕੋਈ ਹੈ, ਤੁਸੀਂ ਮੇਰਾ ਰਿਕਾਰਡ ਲੈ ਕੇ ਜਾ ਸਕਦੇ ਹੋ, ਸਾਰੇ ਟੈਸਟ ਕਿਸੇ ਡਾਕਟਰ ਨੂੰ ਵੀ ਦਿਖਾ ਸਕਦੇ ਹੋ, ਮੈਂ ਮਨਾ ਨਹੀਂ ਕਰਦਾ। ਜਾਂ ਤਾਂ ਮੈਂ ਕਨਫਰੰਟ ਕਰਾਂ, ਨਹੀਂ ਜੀ ਮੈਂ ਨਹੀਂ ਕਿਸ ਨੂੰ ਪੁੱਛਣਾ, ਮੈਂ ਸਭ ਨੂੰ ਕਿਹਾ, ਇਹਨਾਂ ਨੂੰ 3-4 ਦਿਨ ਤੋਂ ਕਹਿ ਰਿਹਾ ਤੁਸੀਂ ਰਿਪੋਰਟਸ ਲੈ ਜਾਓ, ਤੁਹਾਨੂੰ ਇਨ ਕੇਸ ਕਿਤੇ ਹੈ। ਕੱਲ ਅੱਗੋਂ ਭਾਈ ਸਾਹਿਬ ਇਹ ਵੀ ਆਏ ਸੀ, ਮੈਂ ਇਹਨਾਂ ਨਾਲ ਵੀ ਇਹੀ ਗੱਲ ਕੀਤੀ, ਤੁਹਾਨੂੰ ਕਦੇ ਵੀ ਲੱਗਦਾ कितने रिपोर्ट दिखानी है सर ऐसा क्या हुआ कि 5 मिनट में बंदा डेड हो गया जबकि वेंटिलेटर पर चल रहा था वो, और सिर्फ एम्बुलेंस के अंदर रखने से ही बंदा मर गया। देखो कई चीजें होती हैं, क्योंकि अगर आपको लग रहा था कि भी बंदा मर जाएगा तो आप कह देते भी बंदा यहीं मर जाएगा, यार इसको मत हटाओ यहाँ से। ये चीज कहीं ना कहीं आपकी भी लापरवाही हुई है इसमें। देखिए इनके घर वालों ने सुबह मेरे से बोला कि हमें जाना है, मैंने तुरंत देखिए उस टाइम इसको बना दिया पेशेंट को, बिल्कुल सब कुछ आपने किया कर दिया। है, पर आपको ये नहीं था उस टाइम कि ये शिफ्ट करते ही समय खत्म हो जाएगा या कुछ ऐसा अगर होता तो मैं आपको कहता ही नहीं थी शिफ्ट सर। एम्बुलेंस के अंदर डालते ही उन्होंने पल्स चेक की, नहीं उसकी पल्स थी। जब एकदम ये होता है ना, मैं बताता हूँ, कई बार एक चीज़ होती है SCD कहते हैं, सडन कार्डियक डेथ। तो एकदम से कई बार जो निमोनिया चल रहा होता है, देखो पेशेंट वेंटिलेटरी सपोर्ट पे होता है, तो कई बार जैसे ही उसको वेंटिलेटर से हम उसको उतार के लेके जाते हैं तो माइंड भी वो उसका कारण देखिए आपको पोस्टमार्टम में पता लगे। चलो ये तो एक जांच का विषय है। आखिर शर्मा जी सर ਤੁਸੀਂ ਅਫਸਰ ਹੋ, ਮੌਕੇ ਤੇ ਆਏ ਹੋ, ਇਹ ਐਲੀਗੇਸ਼ਨ ਲਾ ਰਹੇ ਡਾਕਟਰ ਦੇ ਉੱਤੇ, ਡਾਕਟਰ ਦੀ ਅਣਗਹਿਲੀ ਨਾਲ ਹੋਈ ਨਾ। ਹਾਂ ਅਸੀਂ ਕਿਹਾ ਵੀ ਪੋਸਟਮਾਰਟਮ ਕਰਾ ਦਿੰਦੇ ਹਾਂ, ਪਤਾ ਲੱਗ ਜੂ ਕਿਵੇਂ ਮੌਤ ਹੋਈ। ਅਸੀਂ ਤਾਂ ਹੁਣ ਦੱਸ ਨਹੀਂ ਸਕਦੇ ਵੀ ਕਾਹਦੇ ਨਾਲ ਹੋਈ, ਉਹ ਤੋਂ ਬਿਨਾਂ ਤਾਂ ਕੋਈ ਇਲਾਜ ਨਹੀਂ, ਕਿਉਂਕਿ ਆਪਾਂ ਤਾਂ ਦੱਸ ਨਹੀਂ ਸਕਦੇ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਿਨਾਂ ਤਾਂ ਲੱਗ ਨਹੀਂ ਸਕਦਾ। ਸਰ ਪੋਸਟਮਾਰਟਮ ਤੋਂ ਬਿਨਾਂ ਪਤਾ ਤਾਂ ਨਹੀਂ ਲੱਗਦਾ। ਜਦੋਂ ਇੱਕ ਡਾਕਟਰ ਮ੍ਰਿਤ ਬੰਦੇ ਨੂੰ ਰੈਫਰ ਕਰ ਰਿਹਾ ਕਾਹਦੇ ਵਾਸਤੇ, ਉਹਦੇ ਖਿਲਾਫ ਕੀ ਕਰ ਕਿਵੇਂ ਕਰਾਂਗੇ ਮ੍ਰਿਤਕ ਨੂੰ ਰੈਫਰ? ਉਹਦਾ ਲੈਟਰ ਹੈਗਾ ਲਿਖ ਕੇ ਦਿੱਤਾ ਹੋਇਆ ਉਸ ਬੰਦੇ ਨੇ। ਉਹਦਾ ਟਾਈਮ ਕੀ ਪਤਾ? ਟਾਈਮ ਤਾਂ ਇਹ ਉਹ CCTV ਫੁਟੇਜ ਤੋਂ ਨਿਕਲ ਆਊਗਾ ਉਸ ਹਾਂ, ਫਿਰ ਉਹ ਸਾਰਾ ਤਫਤੀਸ਼ ਦੌਰਾਨ ਹੀ ਆਊ ਨਾ, ਫਿਲਹਾਲ ਨਹੀਂ ਨਾ ਆ ਸਕਦਾ। ਹੁਣ ਕੀ ਇਹ ਬਿਆਨ ਲਿਖਾਉਣ ਅਸੀਂ ਕਾਰਵਾਈ ਕਰਾਂਗੇ, ਜਿਹੜੀ ਬਣਦੀ ਕਾਨੂੰਨ ਮੁਤਾਬਕ। ਇਹਨਾਂ ਨੇ ਬਿਆਨ ਨਹੀਂ ਲਿਖਿਆ ਤੇ ਕੀ ਕਾਰਵਾਈ ਬਣਦੀ ਜਦੋਂ ਬਿਆਨ ਬਿਆਨ ਦੇ ਆਧਾਰ ਤੇ ਬਣੂਗਾ।